ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਥਿਰ ਘਰ ਬੈਸਹੁ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸਭ ਵਸ ਕਰ ਦੀਨੈ, ਅੰਮ੍ਰਿਤ ਨਾਮ ਮਹਾਰਸ ਪੀਨੈ। ਨਿਰਭਉ ਹੋਏ ਭਜਹੁ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਣ ਪਰੇ ਪ੍ਰਭ ਅੰਤਰ ਜਾਮੇ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਗੌੜੀ ਮਹੱਲਾ ਪੰਜਵਾਂ। ਥਿਰ ਘਰ ਬੈਸਹੁ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ, ਪੂਰਨ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਸਾਹਿਬਾਂ ਦੇ ਬਚਨ ਹਨ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਇਹ ਦਾਤ ਪੂਰਿਆਂ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਦਰਸ਼ਨ ਵੀ ਚਾਰ ਪ੍ਰਕਾਰ ਦੇ ਹੁੰਦੇ ਹਨ। ਇੱਕ ਸਰਵਣ ਦਰਸ਼ਨ ਹੁੰਦਾ ਹੈ। ਆਪਾਂ ਕਿਸੇ ਬਾਰੇ ਸੁਣ ਲਿਆ, ਫਲਾਨੀ ਅਸਥਾਨ ਤੇ ਕੋਈ ਮਹਾਂਪੁਰਖ ਰਹਿੰਦਾ ਹੈ, ਉਹਦਾ ਬੜਾ ਤਪ ਤੇਜ ਹੈ, ਉਹਦੀ ਬੜੀ ਕਮਾਈ ਹੈ। ਜਦੋਂ ਆਪਾਂ ਕਿਸੇ ਬਾਰੇ ਸੁਣਦੇ ਹਾਂ, ਇਹਨੂੰ ਸਰਵਣ ਦਰਸ਼ਨ ਕਹਿੰਦੇ ਹਨ। ਦੂਸਰੇ ਚਿੱਤਰ ਦਰਸ਼ਨ ਹੁੰਦੇ ਹਨ। ਕਿਸੇ ਆਦਮੀ ਦੀ ਤਸਵੀਰ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਫਲਾਨਾ ਆਦਮੀ ਇਹੋ ਜਿਹਾ ਹੋਵੇਗਾ, ਪਰ ਉਹ ਤਸਵੀਰ, ਉਹ ਪਿਕਚਰ ਅਸਲ ਹੋਣੀ ਚਾਹੀਦੀ ਹੈ। ਪਰ ਸਰਵਣ ਦਰਸ਼ਨ ਦੇ ਨਾਲੋਂ ਚਿੱਤਰ ਦਰਸ਼ਨ ਕਰਕੇ ਸਾਨੂੰ ਉਸ ਮਨੁੱਖ ਦੀ ਯਾਦ ਵਧੇਰੇ ਆਉਂਦੀ ਹੈ। ਤੀਜੇ ਨੰਬਰ 'ਤੇ ਸੁਪਨ ਦਰਸ਼ਨ ਹੁੰਦੇ ਹਨ। ਜਿਸ ਨੂੰ ਅਸੀਂ ਯਾਦ ਕਰ ਰਹੇ ਹੁੰਦੇ ਹਾਂ, ਸੁਪਨੇ ਦੇ ਵਿੱਚ
ਉਸ ਦੀ ਦਿਖਾਈ ਦੇ ਦੇਣੀ, ਇਹਨੂੰ ਸੁਪਨ ਦਰਸ਼ਨ ਕਹਿੰਦੇ ਹਨ। ਗੁਰਬਾਣੀ ਵਿੱਚ ਵੀ ਇੱਕ ਥਾਂ 'ਤੇ ਬਚਨ ਆਏ ਹਨ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਕਾਂਸ਼ੀ ਵਿਖੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਸਨ। ਹੁਣ ਵੀ ਕਈ ਪ੍ਰੇਮੀਆਂ ਨੂੰ ਸੁਪਨੇ ਵਿੱਚ ਕਿਸੇ ਮਹਾਂਪੁਰਖ ਦੇ ਅਥਵਾ ਸਤਿਗੁਰੂ ਸਾਹਿਬਾਨ ਦੇ ਵੀ ਦਰਸ਼ਨ ਹੁੰਦੇ ਹਨ। ਇਹ ਤੀਸਰੇ ਸੁਪਨ ਦਰਸ਼ਨ ਹਨ। ਚੌਥੇ ਨੰਬਰ 'ਤੇ ਪ੍ਰਤੱਖ ਦਰਸ਼ਨਾਂ ਦੀ ਗੱਲ ਆਉਂਦੀ ਹੈ। ਪ੍ਰਤੱਖ ਦਰਸ਼ਨ ਉਸ ਨੂੰ ਕਹਿੰਦੇ ਹਨ ਕਿ ਐਨ ਸਾਹਮਣੇ ਬੈਠ ਕੇ ਆਪਣੇ ਨੇਤਰਾਂ ਨਾਲ ਦਰਸ਼ਨ ਦੀਦਾਰ ਕਰਨੇ। ਜਿਵੇਂ ਕਿ ਆਪਾਂ ਇਸ ਵੇਲੇ ਸਾਹਿਬ ਸਤਿਗੁਰੂ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਚਵਰ ਤਖਤ ਛਤਰ ਦੇ ਮਾਲਕ, ਰਾਜਾਨ ਰਾਜਪਾਨ ਆਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ। ਇਹ ਪ੍ਰਤੱਖ ਦਰਸ਼ਨ ਹਨ। ਧੰਤਾ ਯੋਗੋ ਗੁਰਸਿੱਖ ਮਾਈ ਭਾਈ ਹਨ ਜਿਹੜੇ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਕਰਦੇ ਹਨ। ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਆਪ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਗੌੜੀ ਰਾਗ ਦੇ ਅੰਦਰ ਹੈ। ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹਨਾਂ ਦੇ ਵਿਚਾਰ ਆਰੰਭ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਖਾਸ ਘਟਨਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਗੁਰਸਿੱਖਾਂ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੈ। ਜਦੋਂ ਆਪਾਂ ਇਤਿਹਾਸਕ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਕੁਝ ਐਸੀਆਂ ਘਟਨਾਵਾਂ ਦਾ ਸਾਨੂੰ ਜ਼ਿਕਰ ਵੀ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਕਈ ਪਾਸਿਆਂ ਤੋਂ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਹਮਲੇ ਹੁੰਦੇ ਰਹੇ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਾਥੀ ਦੀ ਮਸਤ ਚਾਲ ਚਲਦਿਆਂ ਹੋਇਆਂ ਹਮੇਸ਼ਾ ਪਰਉਪਕਾਰ ਕਰ ਰਹੇ ਹਨ। ਕਿਧਰੇ ਸੁਲਹੀ ਦੇ ਹਮਲੇ ਦੀਆਂ ਖਬਰਾਂ, ਕਿਧਰੇ ਸੁਲੱਭੀ ਖਾਂ ਦੀ ਚੜ੍ਹਾਈ ਦਾ ਸਮਾਚਾਰ, ਕਿਧਰੇ ਗੁਰੂ ਘਰ ਦੇ ਸ਼ਰੀਕੇ ਵਜੋਂ ਪ੍ਰਿਥੀ ਚੰਦ ਵੱਲੋਂ ਹਮਲੇ ਹੋਣੇ, ਇਸ ਤਰ੍ਹਾਂ ਦੀਆਂ ਬੇਅੰਤ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਹੁਣ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਮਾਂ ਬੜਾ ਭਿਆਨਕ ਹੈ, ਆਪ ਕਿਰਪਾ ਕਰੋ ਸਾਨੂੰ ਇਹ ਦੱਸੋ ਆਪਣੀ ਰੱਖਿਆ ਵਾਸਤੇ ਅਸੀਂ ਕੀ ਕਰੀਏ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ
ਸਾਰੇ ਗੁਰਸਿੱਖਾਂ ਨੂੰ ਇੱਕੋ ਹੀ ਗੱਲ ਆਖੀ, ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ। ਤੁਸੀਂ ਸਤਿਗੁਰੂ 'ਤੇ ਭਰੋਸਾ ਰੱਖੋ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਗੁਰੂ ਪਰਮੇਸ਼ਰ ਤੁਹਾਡੀ ਰੱਖਿਆ ਕਰਨਗੇ। ਲਓ ਹੁਣ ਇਹ ਜਿਹੜਾ ਪਵਿੱਤਰ ਸ਼ਬਦ ਹੈ, ਇਹ ਗੁਰਸਿੱਖਾਂ ਦੇ ਪਰਥਾਏਂ ਉਚਾਰਨ ਕੀਤਾ ਗਿਆ ਹੈ ਅਤੇ ਇਹ ਸ਼ਬਦ ਨੂੰ ਕਈ ਪ੍ਰੇਮੀ ਗੁਰਸਿੱਖ ਆਪਣੀ ਕਾਰਜ ਸਿੱਧੀ ਵਾਸਤੇ ਵੀ ਪੜ੍ਹਦੇ ਹਨ। ਚਲੋ ਹੈ ਤੇ ਸਾਰੀ ਹੀ ਸਤਿਗੁਰੂ ਦੀ ਬਾਣੀ ਅੰਮ੍ਰਿਤ ਰੂਪ, ਪਰ ਕਿਸੇ ਵਿਸ਼ੇਸ਼ ਸ਼ਬਦ ਨੂੰ ਪੜ੍ਹ ਕੇ ਕਈ ਗੁਰਸਿੱਖ ਆਪਣੇ ਕਾਰਜਾਂ ਦੀ ਸਿੱਧੀ ਕਰਦੇ ਹਨ। ਸੋ ਰਹੋ ਵਿਚਾਰ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਜਦੋਂ ਵਿਰੋਧੀਆਂ ਵੱਲੋਂ ਹਮਲੇ ਹੋ ਰਹੇ ਸਨ, ਉੱਧਰੋਂ ਅਕਬਰ ਬਾਦਸ਼ਾਹ ਤੱਕ ਵੀ ਸ਼ਿਕਾਇਤਾਂ ਪਹੁੰਚਾਈਆਂ ਗਈਆਂ, ਤਾਂ ਬਾਦਸ਼ਾਹ ਨੇ ਉਹਨਾਂ ਲੋਕਾਂ ਨੂੰ ਝੂਠੇ ਕੀਤਾ। ਉਹ ਸਾਰੀਆਂ ਘਟਨਾਵਾਂ ਇਤਿਹਾਸ ਵਿੱਚ ਅੰਕਿਤ ਹਨ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦਿੰਦੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾਂ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹਾ। ਇਹ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵੀ ਹਨ ਤੇ ਰਹਾਉ ਦੀਆਂ ਪੰਕਤੀਆਂ ਵੀ ਹਨ। ਇਹਨਾਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਥਿਰ ਘਰ ਬੈਸੋ ਹਰ ਜਨ ਪਿਆਰੇ। ਐ ਪਿਆਰੇ ਹਰੀ ਜਨੋ, ਐ ਗੁਰਸਿੱਖ ਭਰਾਵੋ, ਤੁਸੀਂ ਥਿਰ ਘਰ ਬੈਸੋ, ਅਡੋਲ ਹੋ ਕੇ, ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਆਪਣੇ ਘਰ ਵਿੱਚ ਬੈਠੋ। ਤੁਹਾਨੂੰ ਕਿਸੇ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ। ਸਿਰਫ ਸਤਿਗੁਰੂ 'ਤੇ ਭਰੋਸਾ ਰੱਖੋ। ਸਤਿਗੁਰ ਤੁਮਰੇ ਕਾਜ ਸਵਾਰੇ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਹਨ। ਉਹ ਤੁਹਾਡੇ ਸਾਰੇ ਕਾਰਜ ਸਵਾਰਨਗੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਵਿਰੋਧੀਆਂ ਵੱਲੋਂ ਹਮਲੇ ਹੋ ਰਹੇ ਸਨ, ਗੁਰਸਿੱਖਾਂ ਦੇ ਮਨਾਂ ਦੇ ਵਿੱਚ ਬੇਚੈਨੀ ਵੱਧ ਰਹੀ ਸੀ, ਤਾਂ ਉਸ ਵੇਲੇ ਉਹਨਾਂ ਨੂੰ ਧੀਰਜ ਦਿੰਦਿਆਂ ਹੋਇਆਂ ਇਹ ਪਵਿੱਤਰ ਬਚਨ ਆਖੇ ਕਿ ਐ ਪਿਆਰੇ ਹਰੀ ਜਨੋ, ਐ ਗੁਰੂ ਪਿਆਰਿਓ, ਗੁਰੂ ਦੁਲਾਰਿਓ, ਗੁਰਸਿੱਖੋ, ਤੁਸੀਂ ਆਪਣੇ ਘਰਾਂ ਦੇ ਵਿੱਚ ਬੇਫਿਕਰ ਹੋ ਕੇ ਬੈਠੋ ਤੇ ਸਤਿਗੁਰੂ ਤੁਹਾਡੇ ਸਾਰੇ ਕਾਰਜ ਸਵਾਰਨਗੇ। ਦੁਸ਼ਟ ਦੂਤ ਪਰਮੇਸ਼ਰ ਮਾਰੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਬਈ ਦੇਖ ਲਓ ਜਿਹੜੇ ਦੁਸ਼ਟ ਸਨ, ਤੇ ਦੂਤ ਦਾ ਅਰਥ ਹੈ ਜਿਹੜੇ ਸਾਡੇ ਦੁਸ਼ਮਣ ਸਨ, ਉਹ ਤਾਂ ਪਰਮੇਸ਼ਰ ਨੇ ਮਾਰ ਹੀ ਦਿੱਤੇ। ਕਿਉਂਕਿ ਜਦੋਂ ਸੁਲਹੀ ਖਾਂ ਮਾਰਿਆ ਗਿਆ, ਸਲੱਬੀ ਖਾਂ ਵੀ ਰਸਤੇ ਵਿੱਚ ਹੀ ਰਹਿ ਗਿਆ। ਇਹ ਉਹਨਾਂ ਵੱਲੋਂ ਇਸ਼ਾਰਾ ਹੈ ਜਿਹੜੇ ਗੁਰੂ ਘਰ ਦੇ ਦੁਸ਼ਟ ਸਨ ਤੇ ਦੁਸ਼ਮਣ ਸਨ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਮਾਰ ਦਿੱਤੇ ਹਨ। ਜਨ ਕੀ ਪੈਜ ਰੱਖੀ ਕਰਤਾਰੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਕੀ ਪੈਜ ਰੱਖੀ, ਰੱਖੀ ਨਹੀਂ ਕਹਿਣਾ, ਬਿੰਦੀ ਨਹੀਂ ਲਾਉਣੀ, ਜਨ ਕੀ ਪੈਜ ਰੱਖੀ ਕਰਤਾਰੇ। ਉਸ ਕਰਤਾਰੇ ਕਰਤਾ ਪੁਰਖ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਨੇ ਆਪਣੇ ਜਨਾਂ ਦੀ, ਆਪਣੇ ਸੇਵਕਾਂ ਦੀ ਇੱਜ਼ਤ ਵਡਿਆਈ ਆਪ ਰੱਖੀ ਹੈ। ਬਾਦਸ਼ਾਹ ਸਭ ਵਸ ਕਰ ਦੀਨੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ ਵਿਰੋਧੀਆਂ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਵੀ ਪਹਿਲਾਂ ਫਰਿਆਦ ਕੀਤੀ ਸੀ, ਪਰ ਬਾਦਸ਼ਾਹ ਵੀ ਤੇ ਸ਼ਾਹ ਵਜ਼ੀਰ ਖਾਂ ਵਰਗੇ ਜਿਹੜੇ ਮੰਤਰੀ ਸਨ, ਬਾਦਸ਼ਾਹ ਦੇ ਵਜ਼ੀਰ ਸਨ, ਉਹ ਸਾਰੇ ਵਸ ਕਰ ਦਿੱਤੇ। ਇਹ ਗੁਰੂ ਦੀ ਆਪਣੀ
ਮੌਜ ਸੀ, ਇਹ ਗੁਰੂ ਦੀ ਆਪਣੀ ਰਜਾ ਸੀ। ਬਾਦਸ਼ਾਹ ਦਾ ਮਨ ਵੀ ਪ੍ਰੇਰ ਦਿੱਤਾ ਤੇ ਵਜ਼ੀਰ ਖਾਨ ਨੂੰ ਵੀ ਗੁਰੂ ਮਹਾਰਾਜ ਦੀ ਮਦਦ ਵਾਸਤੇ ਖੜਾ ਕਰ ਦਿੱਤਾ। ਅੰਮ੍ਰਿਤ ਨਾਮ ਮਹਾਰਸ ਪੀਨੈ। ਗੁਰਸਿੱਖੋ, ਹੁਣ ਤਾਂ ਅਸੀਂ ਉਸ ਵਾਹਿਗੁਰੂ ਦੇ ਅੰਮ੍ਰਿਤ ਰੂਪ ਨਾਮ ਦੇ ਪਰਮ ਰਸ ਨੂੰ ਪੀਨੇ ਦਾ ਅਰਥ ਪੀ ਰਹੇ ਹਾਂ, ਅਥਵਾ ਅੰਮ੍ਰਿਤ ਨਾਮ ਮਹਾਰਸ ਪੀਨੇ। ਤੇ ਉਸ ਸਤਿਗੁਰੂ ਨੇ ਜਿੱਥੇ ਬਾਦਸ਼ਾਹ ਤੇ ਸ਼ਾਹ ਸਾਰੇ ਵਸ ਕਰ ਦਿੱਤੇ ਹਨ, ਉੱਥੇ ਨਾਲ ਹੀ ਆਪਣੇ ਪਿਆਰੇ ਗੁਰਸਿੱਖਾਂ ਨੂੰ ਉਹ ਨਾਮ ਦਾ ਮਹਾਨ ਪਵਿੱਤਰ ਅੰਮ੍ਰਿਤ ਰਸ ਪੀਣ ਵਾਸਤੇ ਬਖਸ਼ਿਸ਼ ਕਰ ਦਿੱਤਾ ਹੈ। ਨਿਰਭਉ ਹੋਏ ਭਜਹੁ ਭਗਵਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਉਤਸ਼ਾਹਿਤ ਕਰਦੇ ਹਨ, ਗੁਰਮੁਖੋ ਤੁਸੀਂ ਨਿਰਭਉ ਹੋ ਕੇ ਸਾਰੇ ਡਰ ਭੈ ਦੂਰ ਕਰਕੇ ਭਜਹੁ ਭਗਵਾਨ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਸਾਧ ਸੰਗਤ ਮਿਲ ਕੀਨੋ ਦਾਨ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਧ ਸੰਗਤ ਦੇ ਨਾਲ ਮਿਲ ਕੇ ਸਾਨੂੰ ਇਹ ਦਾਨ ਵਜੋਂ ਬਖਸ਼ਿਸ਼ ਕੀਤਾ ਹੈ। ਇਹਦਾ ਮਤਲਬ ਇਹ ਹੈ, ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਇਹ ਇੱਕ ਐਸੀ ਦਾਤ ਹੈ ਜੋ ਸਾਧ ਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੋਈ ਹੈ। ਸਰਣ ਪਰੇ ਪ੍ਰਭ ਅੰਤਰ ਜਾਮੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਅਸੀਂ ਤੇ ਉਹ ਸਰਵ ਸ਼ਕਤੀਮਾਨ ਤੇ ਅੰਤਰਜਾਮੀ ਜੋ ਅੰਦਰ ਦਾ ਪ੍ਰੇਰਕ ਹੈ ਤੇ ਅੰਦਰ ਦਾ ਜਾਣਨਹਾਰ ਅਕਾਲ ਪੁਰਖ ਹੈ, ਉਹਦੀ ਸ਼ਰਨ ਵਿੱਚ ਪਏ ਹਾਂ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਹਜ਼ੂਰ ਫਰਮਾਉਂਦੇ ਨੇ, ਇਸ ਦੇ ਨਾਲ ਹੀ ਅਸੀਂ ਉਹ ਸੁਆਮੀ ਮਾਲਕ ਵਾਹਿਗੁਰੂ ਦੀ ਓਟ ਪਕੜੀ ਹੈ, ਓਟ ਗ੍ਰਹਿਣ ਕੀਤੀ ਹੈ। ਇਹਦਾ ਮਤਲਬ ਇਹ ਹੈ, ਅਸੀਂ ਹੋਰ ਸਭ ਕੁਝ ਛੱਡ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੀ ਓਟ ਗ੍ਰਹਿਣ ਕੀਤੀ ਹੈ ਤੇ ਨਾਲ ਸਤਿਗੁਰੂ ਤੇ ਭਰੋਸਾ ਰੱਖਿਆ ਹੈ। ਗੌੜੀ ਮਹੱਲਾ ਪੰਜਵਾ। ਹਰ ਸੰਗ ਰਾਤੇ ਭਾਹੇ ਨਾ ਜਲੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਕਈ ਵਾਰੀ ਦੁੱਖ ਦੁਸ਼ਮਣਾਂ ਦਾ ਡਰ ਬਣਿਆ ਰਹਿੰਦਾ ਹੈ। ਇਸ ਡਰ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਵਿੱਚ ਫਰਮਾਇਆ ਹੈ, ਸਭ ਪੈ ਮਿਟਹਿ ਤੁਮਾਰੇ ਨਾਏ, ਭੇਟਤ ਸੰਗ ਹਰ ਹਰ ਗੁਣ ਗਾਏ। ਰਹਾਉ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਨਾਮ ਕਰਕੇ, ਤੁਹਾਡੇ ਨਾਮ ਦਾ ਜਾਪ ਸਿਮਰਨ ਕਰਕੇ ਸਭ ਤਰ੍ਹਾਂ ਦੇ ਪੈ ਮਿਟ ਜਾਂਦੇ ਹਨ। ਨਿਰਭਉ ਜਪੈ ਸਗਲ ਪੈ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਵਾਹਿਗੁਰੂ ਦੇ ਨਾਮ ਕਰਕੇ ਸਾਰੇ ਪੈ ਮਿਟ ਜਾਂਦੇ ਨੇ। ਭੇਟਤ ਸੰਗ ਹਰ ਹਰ ਗੁਣ ਗਾਏ, ਤੇ ਸੰਗਤ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ। ਤੇ ਜਿਹੜਾ ਗੁਰਸਿੱਖ ਮਾਈ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਭਾਵ ਰੱਬੀ ਸਿਫਤ ਸਲਾਹ ਕਰਦਾ ਹੈ ਤੇ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਅਤੇ ਸਿਮਰਨ ਕਰਦਾ ਹੈ, ਉਹਦੇ ਸਾਰੇ ਪੈ ਦੂਰ ਹੋ ਜਾਂਦੇ ਹਨ। ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆਂ, ਪ੍ਰਭੂ ਦੇ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆਂ ਹੋਰ ਜੋ ਲਾਭ ਜਗਿਆਸੂਆਂ ਨੂੰ ਹਾਸਲ ਹੁੰਦੇ ਹਨ, ਹੁਣ ਉਹਨਾਂ ਦੇ ਬਾਰੇ ਸਤਿਗੁਰੂ ਫਰਮਾਉਂਦੇ ਹਨ। ਹਰ ਸੰਗ ਰਾਤੇ ਭਾਹੇ ਨਾ ਜਲੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਰ ਸੰਗ ਰਾਤੇ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ, ਰਾਤੇ ਦਾ ਅਰਥ ਹੈ ਪ੍ਰੇਮ ਕਰਨ ਤੋਂ, ਅਥਵਾ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਤੋਂ ਪਾਹੇ ਨਾ ਜਲੈ। ਇਹ ਜਿਹੜਾ ਜੀਵ ਹੈ, ਪਾਹੇ ਦਾ ਅਰਥ ਅੱਗ, ਅੱਗ ਵਿੱਚ ਨਹੀਂ ਸੜ ਸਕਦਾ। ਪ੍ਰਤੱਖ ਵੀ ਜਿਹੜਾ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ ਉਹਨੂੰ ਅੱਗ ਸਾੜ ਨਹੀਂ ਸਕਦੀ। ਜਿਵੇਂ ਇਤਿਹਾਸਕ ਵਾਕਿਆ ਹੈ, ਪ੍ਰਹਿਲਾਦ ਭਗਤ ਨੂੰ ਉਸ ਦੇ ਪਿਤਾ ਹਰਨਾਕਸ਼ ਨੇ ਉਸ ਨੂੰ ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਪਰ ਉਹ ਨਹੀਂ ਸੀ ਸੜ ਸਕਿਆ। ਤਪਦੇ ਥੰਮ ਨੂੰ ਜੱਫੀ ਪਾਉਣ ਵਾਸਤੇ ਵੀ ਆਖਿਆ, ਪਰ ਉੱਥੇ ਵੀ ਉਹਦਾ ਵਾਲ ਵਿੰਗਾ ਨਹੀਂ ਹੋਇਆ। ਇਉਂ ਹਜ਼ੂਰ ਕਹਿੰਦੇ ਨੇ, ਜਿਹੜਾ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ, ਪਾਹੇ ਨਾ ਜਲੇ,
ਉਹਨੂੰ ਪ੍ਰਤੱਖ ਵੀ ਅੱਗ ਨਹੀਂ ਸਾੜ ਸਕਦੀ, ਤੇ ਦੂਸਰੇ ਪਾਸੇ ਜਿਹੜੀ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਹੈ, ਵਿਕਾਰਾਂ ਦੀ ਵਾਸ਼ਨਾ ਰੂਪ ਅੱਗ ਹੈ, ਉਹ ਵੀ ਨਹੀਂ ਸਾੜ ਸਕਦੀ। ਹਰ ਸੰਗ ਰਾਤੇ ਮਾਇਆ ਨਹੀਂ ਛਲੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਪਰਮੇਸ਼ਰ ਦੇ ਨਾਲ ਰੰਗੇ ਜਾਣ ਤੋਂ ਭਾਵ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੀਆਂ ਮਾਇਆ ਨਹੀਂ ਛਲੈ। ਇਹ ਜਿਹੜੀ ਮਾਇਆ ਹੈ ਇਹ ਵੀ ਨਹੀਂ ਛਲ ਸਕਦੀ, ਕਿਉਂਕਿ ਮਾਇਆ ਦੇ ਬੜੇ ਚਰਿੱਤਰ ਨੇ। ਸਰਪਣੀ ਤੇ ਉੱਪਰ ਨਹੀਂ ਬਲਿਆ, ਜਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਮਾਇਆ ਵੀ ਨਹੀਂ ਛਲ ਸਕਦੀ। ਹਰ ਸੰਗ ਰਾਤੇ ਨਹੀਂ ਡੂਬੈ ਜਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਨਹੀਂ ਡੂਬੈ ਜਲਾ, ਉਹ ਪਾਣੀ ਵਿੱਚ ਵੀ ਨਹੀਂ ਡੁੱਬ ਸਕਦੇ। ਭਾਵ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਹਰ ਪ੍ਰਕਾਰ ਰੱਖਿਆ ਕਰਦਾ ਹੈ, ਅੱਗ ਤੋਂ ਵੀ, ਮਾਇਆ ਤੋਂ ਵੀ, ਤੇ ਪਾਣੀ ਤੋਂ ਵੀ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਬਚਾਉਂਦਾ ਹੈ। ਹਰ ਸੰਗ ਰਾਤੇ ਸੁਫਲ ਫਲਾ। ਜਿਹੜੇ ਭਾਈ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਸੁਫਲ ਫਲਾ, ਉਹ ਸ੍ਰੇਸ਼ਟ ਫਲਾਂ ਦੇ ਨਾਲ ਪ੍ਰਫੁੱਲਤ ਹੁੰਦੇ ਨੇ, ਫਲੀਭੂਤ ਹੁੰਦੇ ਨੇ। ਇਹਦਾ ਮਤਲਬ ਇਹ ਹੈ, ਧਰਮ, ਅਰਥ, ਕਾਮ ਤੇ ਮੋਖ ਵਰਗੇ ਸਾਰੇ ਫਲ, ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਸਭ ਭੈ ਮਿਟਹਿ ਤੁਮਾਰੈ ਨਾਇ, ਭੇਟਤ ਸੰਗ ਹਰ ਹਰ ਗੁਣ ਗਾਏ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਧ ਸੰਗਤ ਦੇ ਨਾਲ ਮਿਲ ਕੇ ਆਪ ਜੀ ਦੇ ਨਾਮ ਨੂੰ ਸਿਮਰ ਕੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਸਾਰੇ ਭੈ ਮਿਟ ਜਾਂਦੇ ਹਨ। ਭਾਵ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਾਂ ਰੱਬੀ ਸਿਫਤ ਸਲਾਹ ਕਰਦੇ ਹਾਂ, ਭਾਵ ਸਤਿਗੁਰੂ ਦੀ ਬਾਣੀ ਪੜ੍ਹਦੇ, ਸੁਣਦੇ, ਗਾਉਂਦੇ, ਵਿਚਾਰਦੇ ਹਾਂ ਅਤੇ ਇਸ ਦੇ ਨਾਲ ਨਾਲ ਨਾਮ ਦੇ ਨਾਲ ਜੁੜ ਜਾਂਦੇ ਹਾਂ, ਇਹਦੇ ਨਾਲ ਸਭ ਤਰ੍ਹਾਂ ਦੇ ਭੈ ਮਿਟ ਜਾਂਦੇ ਹਨ। ਹਰ ਸੰਗ ਰਾਤੇ ਮਿਟੈ ਸਭ ਚਿੰਤਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਮੁਖੋ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਤੋਂ ਮਿਟੈ ਸਭ ਚਿੰਤਾ। ਜੀਵ ਦੀ ਸਭ ਚਿੰਤਾ ਵੀ ਮਿਟ ਜਾਂਦੀ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਚਿੰਤਤ ਹੀ ਦਿਸੈ ਸਭ ਕੋਈ, ਚੇਤਹਿ ਏਕ ਤਹੀਂ ਸੁਖ ਹੋਏ। ਹਰ ਆਦਮੀ ਕਿਸੇ ਨਾ ਕਿਸੇ ਚਿੰਤਾ ਵਿੱਚ ਗ੍ਰਸਿਆ ਹੋਇਆ ਨਜ਼ਰ ਆ ਰਿਹਾ ਹੈ, ਪਰ ਜਦੋਂ ਇੱਕ ਦੇ ਚਿੰਤਨ ਵਿੱਚ ਜੁੜ ਜਾਵੇ ਤੇ ਸਭ ਚਿੰਤਾ ਮੁੱਕ ਜਾਂਦੀ ਹੈ। ਹਰ ਸਿਉ ਸੋ ਰਚੈ ਜਿਸ ਸਾਧ ਕਾ ਮੰਤਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਉਹੀ ਰੰਗਿਆ ਜਾਂਦਾ ਹੈ, ਉਹੀ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ, ਭਗਤੀ ਦੇ ਰੰਗ ਵਿੱਚ ਤਦਾਕਾਰ ਹੁੰਦਾ ਹੈ, ਜਿਸ ਸਾਧ ਕਾ ਮੰਤਾ, ਜਿਸ ਨੂੰ ਸਾਧ ਪੂਰੇ ਗੁਰੂ ਦਾ ਮੰਤਰ, ਦੀਖਿਆ ਮੰਤਰ ਪ੍ਰਾਪਤ ਹੋ ਜਾਂਦਾ ਹੈ। ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਤੋਂ ਜਮ ਕੀ ਨਹੀਂ ਤਰਾਸ, ਜਿਹੜੀ ਜਮਾਂ ਦੀ ਡਰ ਵਾਲੀ ਹਾਲਤ ਹੈ ਉਹ ਵੀ ਨਹੀਂ ਵਿਆਪ ਸਕਦੀ, ਕਿਉਂਕਿ ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ ਅਤੇ ਉਂਝ ਵੀ ਸੁਣਦੇ ਹਾਂ ਵੀ ਜਿਹੜੇ ਪਾਪੀ ਲੋਕ ਨੇ ਉਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ। ਪਰ ਜਦੋਂ ਕਿਸੇ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ, ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰਾਖੈ ਦੇ ਕਰ ਹਾਥ, ਤੇ ਫਿਰ ਉਹ ਵਾਹਿਗੁਰੂ ਜਮਾਂ ਤੋਂ ਵੀ ਬਚਾਉਂਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਜਾਣ ਤੋਂ ਜਮਾਂ ਦੀ ਵੀ ਤਰਾਸ ਦਾ ਅਰਥ ਹੈ ਜਿਹੜੀ ਭੈ ਡਰ ਵਾਲੀ ਹਾਲਤ, ਉਹ ਨਹੀਂ ਵਿਆਪ ਸਕਦੀ। ਹਰ ਸੰਗ ਰਾਤੇ ਪੂਰਨ ਆਸ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਤੋਂ ਪੂਰਨ ਆਸ, ਸਭ ਆਸਾਂ ਵੀ ਪੂਰਨ ਹੋ ਜਾਂਦੀਆਂ ਨੇ। ਕੋਈ ਵੀ ਇੱਛਾ ਐਸੀ ਨਹੀਂ ਜੋ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਪੂਰੀ ਨਾ ਹੋਵੇ। ਹਰ ਸੰਗ ਰਾਤੇ ਦੁੱਖ ਨਾ ਲਾਗੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦੇ ਰੰਗ ਦੀ ਮਹਿਮਾ ਵਰਣਨ ਕਰਦੇ ਹਨ। ਗੁਰਮੁਖੋ, ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਤੋਂ ਕਿਸੇ ਕਿਸਮ ਦਾ ਵੀ ਦੁੱਖ ਨਹੀਂ ਵਿਆਪ ਸਕਦਾ। ਹਰ ਸੰਗ ਰਾਤਾ ਅਨ ਦਿਨ ਜਾਗੈ। ਜਿਹੜਾ ਗੁਰਸਿੱਖ ਮਾਈ ਪਾਈ ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ,
ਤੇ ਹਜ਼ੂਰ ਕਹਿੰਦੇ ਅਨ ਦਿਨ ਜਾਗੈ ਉਹ ਰਾਤ ਦਿਨ ਜਾਗ ਪੈਂਦਾ ਹੈ। ਇਹਦਾ ਮਤਲਬ ਇਹ ਹੈ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਠੀਕ ਹੈ, ਲੋਕ ਜਾਗਦੇ ਨੇ, ਕੋਈ ਰਾਤ ਨੂੰ ਟੀਵੀ ਦੇਖਦਾ ਰਹਿੰਦਾ ਹੈ, ਕੋਈ ਫਿਲਮਾਂ ਦੇਖਦਾ ਰਹਿੰਦਾ ਹੈ, ਕੋਈ ਕੰਮਕਾਰ 'ਤੇ ਵੀ ਜਾਗਦਾ ਫਿਰਦਾ ਹੈ, ਕੋਈ ਉਂਝ ਜਗਰਾਤੇ ਕਰਦਾ ਫਿਰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਗਿਆਨ ਅਵਸਥਾ ਵਿੱਚ ਜਾਗਣਾ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜਾਗਣਾ, ਇਹ ਸਫਲ ਜਾਗਣਾ ਉਸ ਨੂੰ ਨਸੀਬ ਹੁੰਦਾ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਹਰ ਸੰਗ ਰਾਤਾ ਸਹਿਜ ਘਰ ਵਸੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਸਹਿਜ ਘਰ ਵਸੈ, ਉਹ ਸਹਿਜ ਕਾਰ ਤੁਰੀਆ ਪਦ ਵਿੱਚ ਨਿਵਾਸ ਕਰਦਾ ਹੈ। ਹਰ ਸੰਗ ਰਾਤੇ ਭਰਮ ਭਉ ਨਸੈ। ਜਿਹੜਾ ਗੁਰਸਿੱਖ ਮਾਈ ਪਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹਦਾ ਹਰ ਕਿਸਮ ਦਾ ਭਰਮ ਤੇ ਹਰ ਕਿਸਮ ਦਾ ਡਰ ਵੀ ਨਾਸ਼ ਹੋ ਜਾਂਦਾ ਹੈ। ਹਰ ਸੰਗ ਰਾਤੇ ਮਤ ਊਤਮ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਣ ਤੋਂ ਮਤ ਊਤਮ ਹੋਏ, ਜਿਹੜੀ ਸਾਡੀ ਬੁੱਧੀ ਹੈ ਉਹ ਵੀ ਉੱਤਮ ਹੋ ਜਾਂਦੀ, ਉੱਜਲ ਹੋ ਜਾਂਦੀ ਹੈ। ਕਿਉਂਕਿ ਹੁਣ ਤੇ ਸਾਡੀ ਬੁੱਧੀ ਮਲੀਨ ਹੋ ਚੁੱਕੀ ਹੈ। ਜਿਵੇਂ ਕਿਸੇ ਲੈਂਪ ਦੀ ਚਿਮਨੀ ਨੂੰ ਕਾਲਸ ਲੱਗ ਜਾਂਦੀ ਹੈ, ਫਿਰ ਉਹ ਰੋਸ਼ਨੀ ਬਾਹਰ ਨਹੀਂ ਆਉਂਦੀ। ਇਸੇ ਤਰ੍ਹਾਂ ਮਾਧੋ ਅਵਿਦਿਆ ਹਿਤਕੀਨ ਬਵੇਕ ਦੀਪ ਮਲੀਨ, ਤੇ ਅਸੀਂ ਅਵਿਦਿਆ ਨਾਲ ਮੋਹ ਕਰਦੇ ਹਾਂ, ਪਾਪਾਂ ਨਾਲ, ਮਾਇਆ ਨਾਲ ਮੋਹ ਕਰਦੇ ਹਾਂ, ਜਿਸ ਦੇ ਕਾਰਨ ਸਾਡੀ ਬੁੱਧੀ ਮਲੀਨ ਹੋ ਗਈ ਹੈ। ਪਰ ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਜਾਈਏ, ਹਰ ਸੰਗ ਰਾਤੇ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਤੋਂ ਬੁੱਧੀ ਵੀ ਉੱਤਮ ਹੋ ਜਾਂਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਸ ਢੰਗ ਦੇ ਨਾਲ ਨਾਮ ਦੇ ਰੰਗ ਵਿੱਚ ਰੰਗਿਆਂ ਮਲੀਨ ਬੁੱਧੀ ਵੀ ਉੱਤਮ ਉੱਜਲ ਬੁੱਧੀ ਹੋ ਜਾਂਦੀ ਹੈ। ਹਰ ਸੰਗ ਰਾਤੇ ਨਿਰਮਲ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਜਾਣ ਤੋਂ ਨਿਰਮਲ ਸੋਏ। ਇਸ ਜੀਵ ਦੀ ਨਿਰਮਲ ਸੋਏ ਦਾ ਅਰਥ ਹੈ ਸੋਭਾ, ਤੇ ਬੜੀ ਪਵਿੱਤਰ ਸੋਭਾ ਹੋਣ ਲੱਗ ਜਾਂਦੀ ਹੈ। ਕਹੋ ਨਾਨਕ ਤਿਨ ਕੋ ਬਲ ਜਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਤੇ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਨਾ ਹਾਂ, ਕੁਰਬਾਨ ਜਾਨਾ ਹਾਂ, ਸਦਕੇ ਜਾਨਾ ਹਾਂ। ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਜਿਨ੍ਹਾਂ ਗੁਰਮੁਖਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ਰ ਕਦੀ ਵੀ ਭੁੱਲਦਾ ਨਹੀਂ ਹੈ, ਜਿਹੜੇ ਹਰ ਵੇਲੇ ਦਮ ਬਾ ਦਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਐਸੇ ਮਹਾਂਪੁਰਖਾਂ ਤੋਂ ਮੈਂ ਬਲਿਹਾਰ ਜਾਨਾ ਹਾਂ। ਗੌੜੀ ਮਹੱਲਾ ਪੰਜਵਾ। ਉਦਮ ਕਰਤ ਸੀਤਲ ਮਨ ਭੈ। ਲੋ ਹੁਣ ਫੇਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਕੋਈ ਮੁਸੀਬਤ ਆ ਕੇ ਪੈ ਜਾਵੇ ਤਾਂ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਾਧ ਸੰਗਤ ਵਿੱਚ ਆਓ, ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ ਤੇ ਸਤਿਗੁਰੂ ਦੀ ਬਾਣੀ ਦੀ ਓਟ ਲਓ। ਇਸ ਢੰਗ ਦੇ ਨਾਲ ਤੁਹਾਡੀ ਸਾਰੀ ਮੁਸੀਬਤ ਚਲੀ ਜਾਵੇਗੀ। ਖੇਮ ਪਿਆ ਕੁਸ਼ਲ ਕਰ ਆਏ, ਭੇਟਤ ਸਾਧ ਸੰਗ ਗਈ ਬੁਲਾਏ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੁਸ਼ਲ ਪਿਆ, ਖੇਮ ਪਿਆ ਕੁਸ਼ਲ ਕਰ ਆਏ। ਤੇ ਸਾਨੂੰ ਖੇਮ ਦਾ ਅਰਥ ਹੈ ਬੜਾ ਆਨੰਦ ਪ੍ਰਾਪਤ ਹੋਇਆ ਹੈ। ਕੁਸ਼ਲ ਘਰ ਆਏ ਕਿਉਂਕਿ ਅਸੀਂ ਸੁਖ ਸ਼ਾਂਤੀ ਪੂਰਵਕ ਆਪਣੇ ਘਰ ਵਿੱਚ ਆ ਗਏ ਹਾਂ। ਜਦੋਂ ਵਡਾਲੀ ਸਾਹਿਬ ਤੋਂ ਪਰਤ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਆਏ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੋਇਆ ਜਾਪਦਾ ਹੈ, ਭੇਟਤ ਸਾਧ ਸੰਗ ਗਈ ਬੁਲਾਏ। ਹਜ਼ੂਰ ਕਹਿੰਦੇ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ, ਭਾਵ ਗੁਰੂ ਦੀ ਸ਼ਰਨ ਵਿੱਚ ਆ ਕੇ, ਸਤਿਗੁਰੂ ਦੀ ਬਾਣੀ ਦੀ ਓਟ ਲੈ ਕੇ, ਜਿਹੜੀ ਕੋਈ ਬਲਾ ਭਾਵ ਆਪਦਾ ਕੋਈ ਮੁਸੀਬਤ ਸਾਡੇ ਪਿੱਛੇ ਪਈ ਹੋਈ ਸੀ, ਉਹ ਬਲਾ ਵੀ ਟਲ ਗਈ ਹੈ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਬਾਣੀ ਦੇ ਨਾਮ ਦੇ ਪ੍ਰਤਾਪ ਦੇ ਨਾਲ ਸਾਰੀਆਂ ਬਲਾਵਾਂ ਵੀ, ਸਾਰੀਆਂ ਮੁਸੀਬਤਾਂ ਵੀ ਦੂਰ ਹੋ ਜਾਂਦੀਆਂ ਹਨ।
ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਹੁਣ ਜਿਵੇਂ ਜਿਵੇਂ ਚੰਗੇ ਪਾਸੇ ਅਸੀਂ ਕਦਮ ਪੁੱਟਦੇ ਹਾਂ ਤੇ ਕਿਵੇਂ ਕਿਵੇਂ ਮੁਸ਼ਕਲਾਂ ਦੂਰ ਹੁੰਦੀਆਂ ਨੇ ਉਹਦੇ ਬਾਰੇ ਸਾਨੂੰ ਸਮਝਾ ਰਹੇ ਹਨ। ਉਦਮ ਕਰਤ ਸੀਤਲ ਮਨ ਭਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਆ ਭਾਈ ਜਦੋਂ ਮਨੁੱਖ ਚੰਗੇ ਪਾਸੇ ਜਾਣ ਦਾ ਉਦੋਂ ਵੀ ਕਰਦਾ ਹੈ ਨਾ ਵੀ ਆਪਾਂ ਸਾਧ ਸੰਗਤ ਵਿੱਚ ਜਾਈਏ, ਉੱਥੇ ਬੈਠ ਕੇ ਬਾਣੀ ਸੁਣੀਏ, ਸੇਵਾ ਕਰੀਏ, ਕੁਝ ਨਾ ਕੁਝ ਸਿਮਰਨ ਕਰਕੇ ਲਾਹਾ ਖੱਟੀਏ। ਜਦੋਂ ਆਦਮੀ ਚੰਗੇ ਪਾਸੇ ਉਦੋਂ ਵੀ ਕਰਦਾ ਹੈ ਸੀਤਲ ਮਨ ਪਏ, ਉਹਦੇ ਮਨ ਵੀ ਤੇ ਉਹਦੇ ਇੰਦਰੀਏ ਵੀ ਸਾਰੇ ਐਨ ਸ਼ਾਂਤ ਹੋ ਜਾਂਦੇ ਨੇ। ਅਥਵਾ ਉਦਮ ਕਰਤ, ਉਦਮ ਕਿਹੜਾ ਹੈ? ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਇਹ ਸਫਲ ਉਦਮ ਹੈ। ਜਦੋਂ ਅਸੀਂ ਵਾਹਿਗੁਰੂ ਦੇ ਨਾਮ ਜਪਣ ਦਾ, ਸੇਵਾ ਸਿਮਰਨ ਦਾ ਉਦਮ ਕਰਦੇ ਹਾਂ, ਇਹਦੇ ਨਾਲ ਤਪਦੇ ਮਨ ਸ਼ਾਂਤ ਹੋ ਜਾਂਦੇ ਹਨ। ਮਾਰਗ ਚਲਤ ਸਗਲ ਦੁੱਖ ਗਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਕੋਈ ਗੁਰਸਿੱਖੀ ਮਾਰਗ ਤੇ ਚੱਲਦਾ ਹੈ ਅਥਵਾ ਗੁਰੂ ਘਰ ਦੇ ਰਸਤੇ ਤੇ ਚੱਲਦਾ ਹੈ ਅਥਵਾ ਯਾਤਰਾ ਵੀ ਕਰਦਾ ਹੈ, ਉਹਦੇ ਵੀ ਸਾਰੇ ਦੁੱਖ ਚਲੇ ਜਾਂਦੇ ਹਨ। ਨਾਮ ਜਪਤ ਮਨ ਭਏ ਆਨੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੁਣ ਸਾਡੇ ਮਨ ਵਿੱਚ ਆਨੰਦ ਪ੍ਰਗਟ ਹੋ ਗਏ ਹਨ। ਰਸ ਗਾਏ ਗੁਣ ਪਰਮ ਆਨੰਦ। ਅਸੀਂ ਬੜੇ ਰਸ ਪ੍ਰੇਮ ਦੇ ਨਾਲ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਨੇ, ਜਿਸ ਦਾ ਸਦਕਾ ਸਾਨੂੰ ਮਹਾਨ ਆਨੰਦ ਪ੍ਰਾਪਤ ਹੋ ਗਏ ਹਨ। ਖੇਮ ਭਇਆ ਕੁਸਲ ਘਰ ਆਏ, ਭੇਟਤ ਸਾਧ ਸੰਗ ਗਈ ਬੁਲਾਏ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਖੇਮ ਪਿਆ, ਸਾਨੂੰ ਬੜਾ ਆਨੰਦ ਪ੍ਰਾਪਤ ਹੋਇਆ ਹੈ। ਕੁਸਲ ਘਰ ਆਏ ਕਿਉਂਕਿ ਅਸੀਂ ਸੁਖ ਸ਼ਾਂਤੀ ਨਾਲ ਘਰ ਵਿੱਚ ਆ ਗਏ ਹਾਂ। ਭੇਟਤ ਸਾਧ ਸੰਗ ਗਈ ਬੁਲਾਏ ਪਾਈ, ਸਾਧ ਸੰਗਤ ਦੇ ਨਾਲ ਮਿਲਣ ਕਰਕੇ ਸੰਗਤਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ, ਬਾਣੀ ਦੀ ਓਟ ਲਈ ਗੁਰੂ ਤੇ ਭਰੋਸਾ ਕੀਤਾ। ਇਸ ਦੇ ਨਾਲ ਸਾਰੀਆਂ ਬਲਾਵਾਂ ਚਲੀਆਂ ਗਈਆਂ ਨੇ, ਭਾਵ ਆਈ ਮੁਸੀਬਤ ਟਲ ਗਈ ਹੈ। ਨੇਤਰ ਪੁਨੀਤ ਪੇਖਤ ਹੀ ਦਰਸ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ ਵੀ ਜਦੋਂ ਆ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ, ਇਸ ਰੱਬ ਦੇ ਘਰ ਦੇ ਦੀਦਾਰ ਕੀਤੇ ਤੇ ਸਾਡੇ ਨੇਤਰ ਵੀ ਪਵਿੱਤਰ ਹੋ ਗਏ। ਭਾਵ ਜਦੋਂ ਆਪਾਂ ਗੁਰੂ ਕੇ ਦਰਬਾਰ ਵਿੱਚ ਆ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹਦੇ ਨਾਲ ਸਾਡੇ ਨੇਤਰ ਵੀ ਪਵਿੱਤਰ ਹੋ ਜਾਂਦੇ ਨੇ, ਸਾਡੇ ਨੇਤਰ ਵੀ ਸਫਲ ਹੋ ਜਾਂਦੇ ਹਨ। ਧਨ ਮਸਤਕ ਚਰਨ ਕਮਲ ਹੀ ਪਰਸ। ਤੇ ਜਦੋਂ ਸਾਡਾ ਮਸਤਕ ਸਤਿਗੁਰੂ ਦੇ ਚਰਨਾਂ ਕਮਲਾਂ ਤੇ ਛੂੰਹਦਾ ਹੈ, ਭਾਵ ਅਸੀਂ ਸ਼ਰਧਾ ਭਾਵਨਾ ਨਿਮਰਤਾ ਪਿਆਰ ਦੇ ਨਾਲ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਹਾਂ। ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਪਰਸ ਕੇ ਸਾਡਾ ਮੱਥਾ ਵੀ ਧਨਤਾ ਯੋਗ ਹੋ ਜਾਂਦਾ ਹੈ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੀ ਟਹਿਲ ਸੇਵਾ ਭਗਤੀ ਕਰਕੇ ਸਾਡੀ ਇਹ ਕਾਇਆ ਦੇ ਵੀ ਸਫਲ ਹੋ ਗਈ ਹੈ। ਨਹੀਂ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ, ਬਿਨ ਸੇਵਾ ਤਿਰਗ ਹੱਥ ਪੈਰ ਹੋ ਨਿਫਲ ਕਰਨੀ। ਇਹ ਸਰੀਰ ਦੀ ਸਫਲਤਾ ਵੀ ਸੇਵਾ ਟਹਿਲ ਦੇ ਨਾਲ ਹੀ ਹੁੰਦੀ ਹੈ। ਸੰਤ ਪ੍ਰਸਾਦ ਪਰਮ ਪਦ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਤ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਪਾਇਆ ਸੀ। ਪਰਮ ਪਦ ਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ। ਜਨ ਕੀ ਕੀਨੀ ਆਪ ਸਹਾਇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਜਨਾਂ ਦੀ ਆਪਣੇ ਦਾਸਾਂ ਦੀ ਆਪ ਸਹਾਇਤਾ ਕੀਤੀ ਹੈ। ਸੁਖ ਪਾਇਆ ਲਗ ਦਾਸ ਹੈ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਦਾਸਾਂ ਦੇ ਮਹਾਂਪੁਰਖਾਂ ਦੇ ਚਰਨੀ ਲਾ ਕੇ ਅਸੀਂ ਮਹਾਨ ਸੁਖ ਪ੍ਰਾਪਤ ਕੀਤਾ ਹੈ। ਤਬ ਢੂੰਡਨ ਕਹਾ ਕੋ ਜਾਇਆ। ਆਪ ਗਿਆ ਤਾਂ ਆਪਹਿ ਪਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੰਕਤੀਆਂ ਛੱਡ ਗਈਆਂ, ਆਪ ਗਿਆ ਤਾਂ ਆਪਹਿ ਪਏ। ਹਜ਼ੂਰ ਕਹਿੰਦੇ ਨੇ ਜਦੋਂ ਮਨੁੱਖ ਦੇ ਵਿੱਚੋਂ ਆਪਾ ਭਾਵ ਹੰਕਾਰ ਚਲਿਆ ਗਿਆ ਤਾਂ ਆਪਹਿ ਪਏ। ਫਿਰ ਇਹ ਆਪਣੇ ਆਪੇ ਦਾ ਹੀ ਰੂਪ ਹੋ ਜਾਂਦਾ ਹੈ। ਆਪਣਾ ਆਪਾ ਕੀ ਹੈ?
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹਜ਼ੂਰ ਕਹਿੰਦੇ ਨੇ ਆਪ ਗਿਆ, ਜਦੋਂ ਆਪਾ ਭਾਵ ਹੰਕਾਰ ਚਲਿਆ ਗਿਆ ਤਾਂ ਆਪਹਿ ਪਏ ਤੇ ਆਤਮਾ ਦਾ ਪਰਮੇਸ਼ਰ ਦਾ ਰੂਪ ਹੋ ਗਏ।